ठीक है, विचार करिए। आपने एक मालवे नूं पानी दिता है सतलुज बन के रोपड़ तो, ਉਹਦੀ ਪਹਿਲਾਂ ਬਰਾਂਚ, ਪਹਿਲਾਂ ਤਾਂ ਦਰਿਆ, ਉਹ ਦਰਿਆ ਵਿੱਚੋਂ ਜਿਹੜੀ ਚੀਜ਼ ਕਹਿੰਦੇ ਉਹਨੂੰ ਬਰਾਂਚ ਕਹਿੰਦੇ ਨੇ, ਹਿੱਸਾ ਕੱਢਿਆ ਹੋਇਆ ਉਹਦੇ ਨੂੰ। ਡਾਲੀਆਂ, ਸ਼ਾਖਾਂ, ਬਰਾਂਚਾਂ, ਕੁਛ ਵੀ ਕਹਿ ਲਓ। ਡਾਲੀ ਦਰਖਤ ਫਟਦੀ ਹੈ ਉਹਨੂੰ ਸ਼ਾਖ ਵੀ ਕਹਿ ਦਿੰਦੇ ਆ, ਬਰਾਂਚ ਵੀ ਕਹਿ ਦਿੰਦੇ ਆ। ਰਸਤਾ ਫਟਦਾ ਵਾ ਉਹਨੂੰ ਕਹਿੰਦੇ ਉੱਥੋਂ ਬਰਾਂਚ ਫਟਦੀ ਹੈ। ਇਹਨੂੰ ਸਰੰਦ ਬਰਾਂਚ ਕਹਿੰਦੇ ਨੇ। 40 ਮੀਲ ਉਸ ਵਕਤ ਇਸ ਇਲਾਕੇ ਸਰੰਦ ਦਾ ਸੂਬਾ ਹਿੰਦੁਸਤਾਨ ਦਾ ਮਸ਼ਹੂਰ ਸੀ ਮੁਸਲਮਾਨਾਂ ਵੇਲੇ। ਇਹ ਉਦੋਂ ਫਿਰ ਇਹ ਸਰੰਦ ਬਰਾਂਚ, ਇਹ ਇਲਾਕਾ ਹੀ ਸਾਰਾ ਬਰਾਂਚ ਸਰੰਦ ਦਾ ਸੂਬਾ ਹੋਣ ਕਰਕੇ ਇਹਨੂੰ ਸਰੰਦ ਬਰਾਂਚ ਹੀ ਕਹਿੰਦੇ ਨੇ। 40 ਮੀਲ ਹੈਗੀ ਗੁੜਥੜੀ ਥਾਈ, ਹੈਡ ਤੋਂ 39 ਮੀਲ। ਇਹ 39 ਮੀਲ ਦਾ ਨਾਂ ਸਰੰਦ ਬਰਾਂਚ ਹੀ ਹੈ। ਸਤਲੁਜ ਤੋਂ ਅੱਡ ਕਰ ਲਈ ਨਾ। ਵੈਸੇ ਸਤਲੁਜ ਨਾਲੇ ਹੀ ਚਲਿਆ ਆਉਂਦਾ ਹੈ। ਕਿਸੇ ਜ਼ਮਾਨੇ ਦੇ ਵੇਲੇ ਸਤਲੁਜ ਇੱਥੋਂ ਦੀ ਚੱਲਦਾ ਸੀ ਜਿੱਥੋਂ ਦੀ ਇਹਨੂੰ ਨਹਿਰ ਕੱਢੀ ਹੈ, ਬਠਿੰਡਾ ਬਰਾਂਚ ਜਿਹੜੀ ਕੱਢੀ ਹੈ ਇਹਦੇ ਚੋਂ। 39 ਮੀਲ ਇਹ ਇੱਥੋਂ ਦੀ ਆਇਆ। ਗਰੀਬ ਨਵਾਜ਼ ਜਦੋਂ 10ਵੇਂ ਜਾਮੇ ਵਿੱਚ ਅਨੰਦਪੁਰ ਰਹਿੰਦੇ ਹੁੰਦੇ ਸੀ ਅਤੇ ਸੰਗਤਾਂ ਦੇ ਸਮਾਂ ਆ ਗਿਆ ਮਾਲਵੇ 'ਚ ਆਉਣ ਦਾ। ਜੰਗ ਨਾਲ ਸਾਰਾ ਨਗਰ ਉਜੜ ਗਿਆ। ਜੰਗ ਤਾਂ ਬਹੁਤ ਆਪਦਾ ਦਾ ਨਾਂ ਹੈ। ਸਾਰੇ ਪਸ਼ੂ ਪੰਛੀ ਮਰ ਗਏ, ਭੁੱਖ ਤੇ ਆਏ, ਕਿਉਂਕਿ ਰਾਜੇ ਨੇ ਸਾਰੇ ਪਿਕਟਾਂ ਲਾਤੀਆਂ ਸੀ। ਕੋਈ ਉੱਥੇ ਪਾਣੀ ਵੀ ਨਹੀਂ ਸੀ ਜਾਣ ਦਿੰਦੇ, ਅੰਨ ਪਾਣੀ ਵੀ ਨਹੀਂ ਸੀ ਜਾਣ ਦਿੰਦੇ। ਆਲੇ ਦੁਆਲੇ ਸਾਹਮਣੇ ਪਾਸੇ ਪਹਿਰੇ ਲੱਗੇ ਹੋਏ ਸੀ। ਭੁੱਖ ਧੋਖੇ ਨਾਲ ਮਰ ਕੇ ਸ਼ਹਿਰ ਤਾਂ ਉਜੜ ਗਿਆ ਸਾਰਾ। ਸ਼ਹਿਰ ਵਾਲਿਆਂ ਨੂੰ ਬਾਹਰ ਜਾਂਦੇ ਤੋਂ ਕਹਿੰਦੇ ਨਹੀਂ, ਤੇ ਉਹਨਾਂ ਦੀ ਲੜਾਈ ਗੁਰੂ ਕੇ ਨਾਲ ਸੀ। ਗੁਰੂ ਕੇ ਵੀ ਸਾਰੇ ਸ਼ਹੀਦੀਆਂ ਪਾ ਕੇ ਸਿੰਘ, ਪਸ਼ੂ ਪੰਛੀ ਭੁੱਖ ਨਾਲ ਮਰ ਗਏ। ਹਾਥੀ ਦੀ ਪ੍ਰਸ਼ਾਦੀ ਉਹ ਵੀ ਭੁੱਖ ਨਾਲ ਹੀ ਮਰ ਗਿਆ। ਥੋੜ੍ਹਾ ਸਮਾਂ ਪਾ ਕੇ ਜਦੋਂ ਉਹਨਾਂ ਦੀ ਆਪਣੀ ਰਜਾ ਹੋਈ, ਆਉਣਾ ਸੀ ਮਾਲਵੇ 'ਚ, ਸਾਰੇ ਕੰਮ ਕਰਨੇ ਸੀ। ਸੰਗਤਾਂ ਨੇ ਬੇਨਤੀ ਕੀਤੀ, ਮੁਸਲਮਾਨਾਂ ਨੇ ਵੀ ਇੱਕ ਵਾਰੀ ਹੰਭ ਗਿਓ ਵੀ ਸਾਡਾ, ਅਸੀਂ ਨੂਣ ਖਾਂਦੇ ਹਾਂ, ਸਾਡੀ ਇਹ ਨੌਕਰੀ ਹੈ ਵੀ ਅਸੀਂ ਹਟ ਤਾਂ ਸਕਦੇ ਨਹੀਂ। ਪਰ ਗੁਰੂ ਸਾਹਿਬ ਜੀ ਨੂੰ ਮਤਾ ਕੀਤਾ, ਦੋਹਾਂ ਨੇ, ਹਿੰਦੂ ਰਿਆਸਤਾਂ ਰਲੀਆਂ ਤੇ ਪਹਾੜ ਦੀਆਂ, ਮੁਸਲਮਾਨ ਪੰਜਾਬ ਹਿੰਦੁਸਤਾਨ ਦਾ ਰਾਜਾ ਸਾਰੀ ਦਾ ਸੀ ਬਾਖਤਿਆਰ। ਸਾਰਿਆਂ ਅਫਸਰਾਂ ਨੇ ਇਕੱਠੇ ਹੋ ਕੇ ਮਹਾਰਾਜ ਜੀ ਨੂੰ ਇੱਕ ਥਾਲੀ 'ਚ ਰਾਜਦੂਤ ਦੇ ਹੱਥ ਗਊ ਆਟੇ ਦੀ ਬਣਾ ਕੇ ਭੇਜਿਆ ਵੀ ਸਾਨੂੰ ਇਹਦੀ ਸੁਗੰਧ ਹੈ, ਅਸੀਂ ਲੜਦੇ ਨਹੀਂ, ਅਸੀਂ ਤੁਹਾਡੇ 'ਤੇ ਵਾਰ ਨਹੀਂ ਕਰਦੇ, ਸਾਡੀ ਪੱਤ ਰਹਿ ਜੂ, ਤੁਸੀਂ ਕਿਹੜਾ ਅਨੰਦਪੁਰ ਛੱਡ ਦਿਓ। ਅਸੀਂ ਕਹਿੰਦੇ ਵੀ ਗੁਰੂ ਨੂੰ ਭਜਾਇਆ ਅਸੀਂ ਰਾਜਿਆਂ ਦੇ ਮੂੰਹ ਦਿਖਾਉਣ ਵਾਲੇ ਬਣ ਜਾਂਗੇ, ਜਾ ਸਕਦੇ ਨਹੀਂ, ਹੁਕਮ ਦੇ ਬੱਧੇ ਹੋਏ ਹਾਂ। 2 ਸਾਲ ਲੜਾਈ ਰਹੀ। ਉਹ ਸਾਲ ਕੁ ਦਾ ਸਾਦੀ ਸੀ ਜਿਹੜਾ ਰਾਜਾ ਹੀ ਲੜਦਾ ਸੀ। ਫਿਰ ਜਦੋਂ ਬਾਦਸ਼ਾਹ ਦੇ ਕੋਲੋਂ ਇਹ ਇਜਾਜ਼ਤ ਲਿਆ ਸੈਦ ਖਾਂ, ਉਹ ਤਾਂ ਲੜਿਆ ਹੀ ਨਹੀਂ। ਫਿਰ ਫੌਜਾਂ ਉਹਦੀਆਂ ਲੜਦੀਆਂ, ਉਹ ਤਾਂ ਜੋਗੀ ਬਣ ਗਿਆ ਸੀ। ਸਾਖੀ ਸੀ ਹਜ਼ੂਰ ਦੇ ਆਉਣ ਦੀ। ਉਸ ਵਕਤ ਜਦੋਂ ਮਹਾਰਾਜ ਜੀ ਨੇ ਰਾਤ ਨੂੰ ਉਹਨਾਂ ਨੇ ਗਊ ਬਣਾ ਕੇ ਭੇਜੀ ਵੀ ਤੁਸੀਂ ਅਨੰਦਪੁਰ ਛੱਡ ਦਿਓ, ਸਾਨੂੰ ਸੂਰ ਤੇ ਤੁਹਾਂ ਦੀ ਮੂਰਤ ਵੀ ਸਾਨੂੰ ਸੂਰ ਦੀ ਆਉਣਾ, ਇਹਨਾਂ ਨੂੰ ਗਊ ਦੀ, ਅਸੀਂ ਹਵਾਰ ਨਹੀਂ ਕਰਦੇ ਤੁਹਾਡੇ 'ਤੇ, ਤੁਸੀਂ ਚਲੇ ਜਾਓ ਮੱਲ ਵਿੱਚ ਕਿਤੇ ਵੀ ਚਲੇ ਜਾਓ। ਮਹਾਰਾਜ ਜੀ ਕਹਿੰਦੇ ਭਾਈ ਇਹਨਾਂ ਦੀ ਝੂਠੀਆਂ ਹੀ ਸਲਾਹਾਂ ਹੁੰਦੀਆਂ। ਖੋਰ ਖੱਪਾ ਦਾ ਜਿਹੜਾ ਗਾਰਬ 'ਚ ਸਿੱਟਣ ਵਾਲਾ ਗੰਦਾ ਕੱਪੜਾ ਲੀੜਾ ਸੀ ਅਤੇ ਟੁੱਟੀਆਂ ਭੱਜੀਆਂ ਖੱਚਰਾਂ ਲੈ ਕੇ ਉਹਨਾਂ ਦੇ ਉੱਤੇ ਭਰ ਲਿਆ, ਟੁੱਟੇ ਹੋਏ ਜੋੜੇ ਇਹ ਭਰ ਕੇ ਖੱਚਰਾਂ ਦੇ ਵਿੱਚ ਧੰਨ ਗੁਰੂ ਕਾ ਜਾਂਦਾ। ਗੁਰੂ ਕੇ ਚਲੇ ਗਏ। ਪਹਿਲਾਂ ਉਹਨਾਂ ਨੇ ਆਪਣੀ ਫੌਜ ਤੋਰਤੀ, ਮਗਰੋਂ ਉਹ ਜਾਣਗੇ, ਮੂਹਰੇ ਉਹਨਾਂ ਦਾ ਖਜ਼ਾਨਾ ਜਾਂਦਾ। ਹਾਂ, ਅਤੇ ਉਹਨਾਂ ਜਦੋਂ ਅਨੰਦਪੁਰ ਤੋਂ ਨਿਕਲੇ ਉਹਨਾਂ ਨੇ ਵਾਰ ਕਰਤਾ ਉਹਨਾਂ 'ਤੇ। ਨਿਕਲਿਆ ਤਾਂ ਟੁੱਟੀਆਂ ਜੀਤੀਆਂ, ਮਾੜੇ ਮਾੜੇ ਪਸ਼ੂ ਨਿਕਲੇ ਜਿਹਨਾਂ ਦੇ ਉੱਤੇ ਲੱਦਿਆ ਸੀ। ਫਿਰ ਵੀ ਉਹਨਾਂ ਨੇ ਬੜੀਆਂ ਸੁਆਹਾਂ ਖਾਧੀਆਂ ਪਰ ਮੰਨਿਆ ਨਹੀਂ। ਸੰਗਤ ਦੇ ਮਾਤਾ ਗੁਜਰੀ ਜੀ ਕੋਲੇ ਫਰਿਆਦਾਂ ਕੀਤੀਆਂ ਵੀ ਭੁੱਖੇ ਲੜਿਆ ਨਹੀਂ ਜਾਂਦਾ, ਵੀ ਜਦ ਤੱਕ ਉਹ ਖਾਣ ਨੂੰ ਛੋਲੇ ਛੋਲੇ ਵੀ ਮੁੱਕ ਗਏ, ਗੁਰੂ ਸਾਹਿਬ ਨੂੰ ਕਹੋ ਵੀ ਅਨੰਦਪੁਰ ਛੱਡ ਦੇਣ। 40 ਸਿੰਘਾਂ ਨੇ ਜਵਾਬ ਦੇ ਦਿੱਤਾ, ਸਾਤੋਂ ਭੁੱਖੇ ਨਹੀਂ ਲੈ ਜਾਂਦਾ ਹੈ। ਕਹਿੰਦੇ ਵੀ ਜੇ ਤੁਸੀਂ ਮੈਨੂੰ ਗੁਰੂ ਮੰਨਦੇ ਹੋ, ਮੇਰੇ ਸਿੱਖ ਹੋ, ਤਾਂ ਫਕੀਰ ਦੀ ਆਪਣੀ ਮੌਜ ਹੈ, ਮਰਨਾ ਹੀ ਹੈ ਇੱਕ ਦਿਨ ਭੁੱਖ ਦੁੱਖ ਨਾਲ। ਫਿਰ ਕੀ ਹੈ ਵੀ ਫਿਰ ਤਾਂ ਤੁਹਾਨੂੰ ਇਵੇਂ ਲੜਨਾ ਪਊ। 8 ਦਿਨ ਲੜੋ, ਆਪਣੀ ਫਤਿਹ ਹੋ ਜਾਏਗੀ। ਕਹਿੰਦੇ ਹੁਣ ਤਾਂ 1 ਘੰਟਾ ਵੀ ਨਹੀਂ ਲੰਘਦਾ। ਕਹਿੰਦੇ 8 ਪਹਿਰ ਲੜੋ। ਕਹਿੰਦੇ ਨਹੀਂ, ਤੁਰ ਪਓ। ਇਉਂ ਨਾ ਮੰਨੇ ਹਜ਼ੂਰ ਨੇ ਕਹਿੰਦਾ ਵੀ ਸਾਨੂੰ ਲਿਖ ਕੇ ਦੇ ਦਿਓ, ਅਸੀਂ ਤੁਹਾਡੇ ਸਿੱਖ, ਚਲੇ ਜਾਓ ਜੀ, ਨਹੀਂ ਜਾਣਾ। 40 ਸਿੰਘਾਂ ਨੇ ਦੇ ਦਿੱਤਾ ਲਿਖ ਕੇ ਵੀ ਅਸੀਂ ਨਹੀਂ ਤੇਰੇ ਸਿੱਖ, ਤੂੰ ਨਹੀਂ ਸਾਡਾ ਗੁਰੂ। ਬਾਕੀ ਸਾਰੀ ਸੈਨਾ ਨੇ ਨਹੀਂ ਦਿੱਤੀ, ਜਿਹੜੇ ਰਹਿੰਦੇ ਸੀ ਉਹ ਰਹਿ ਗਏ। ਉਹਨਾਂ ਤੇ ਮਗਰੋਂ ਗਰੀਬ ਨਵਾਜ਼ ਦੀ ਮਾਤਾ ਜੀ ਦੇ ਜ਼ਿਆਦਾ ਜੋਦਰੀ ਕਰਨ ਤੇ ਸਮਾਂ ਵੀ ਆ ਗਿਆ ਇੱਧਰ ਨੂੰ ਆਉਣ ਦਾ। ਹਜ਼ੂਰ ਨੇ ਮਤਲਬ ਕਰ ਲਿਆ ਵੀ ਭਾਈ ਆਪਾਂ ਹੁਣ ਮਾਲਵੇ ਨੂੰ ਚੱਲਣਾ।
ਜਦੋਂ ਦਲੀਲ ਹੋ ਗਈ ਵੀ ਸਵੇਰੇ ਅਨੰਦਪੁਰ ਸਾਹਿਬ ਛੱਡ ਦੇਣਾ, ਸਤਲੁਜ ਬ੍ਰਾਹਮਣ ਦਾ ਰੂਪ ਧਾਰ ਕੇ ਰਾਤ ਦੇ 12 ਵਜੇ ਆਇਆ ਬੰਦਾ ਬਣ ਕੇ। ਉਹਨੇ ਚੌਧਰੀ ਕੀਤੀ, ਸੰਤਰੀ ਨੇ ਰੋਕਿਆ, ਕੌਣ ਹੈ? ਕਹਾ ਨਹੀਂ ਜਾ ਸਕਦਾ। ਮਹਾਰਾਜ ਜੀ ਨੇ ਕਿਹਾ, ਭਾਈ ਕੌਣ ਹੈ? ਕਹਿੰਦੇ ਜੀ ਸਾਨੂੰ ਨਹੀਂ ਪਤਾ, ਸਰਕਾਰੀ ਦੂਤ ਹੋਣਾ, ਕੋਈ ਦੁਸ਼ਮਣ ਹੈ, ਪਰ ਰੂਪ ਦਾ ਬ੍ਰਾਹਮਣ ਦਾ ਧਾਰਿਆ। ਮਹਾਰਾਜ ਜੀ ਕਹਿੰਦੇ ਭਾਈ ਆ ਜਾਣ ਦੇ, ਇਹ ਆਪਣਾ ਵੈਰੀ ਨਹੀਂ ਹੈ। ਉਹਨੂੰ ਕਿਹਾ ਵਰਨ ਦੇਵਤਾ ਕਿਵੇਂ ਆਏ? ਕਹਿੰਦਾ ਗਰੀਬ ਰਾਜ, ਇੱਥੇ ਤੁਹਾਡੇ ਬ੍ਰਹਮ ਗਿਆਨੀ ਸਿੱਖ ਮੇਰੇ ਚ ਕਿਰਿਆ ਸਾਧਦੇ ਰਹੇ ਨੇ, ਮੇਰੀ ਗਤੀ ਦਾ ਸਾਧਨ ਸੀ, ਮੈਨੂੰ ਸੇਵਾ ਲੱਭੀ ਸੀ ਵੀ ਆਪ ਜੀ ਦਾ ਪਿਆਨਾ ਸਵੇਰੇ ਮੈਂ ਚੌਧਰੀ ਕਰਨ ਆਇਆ ਵੀ ਇੱਥੇ ਮੇਰੇ ਸਿੱਖ ਇੱਥੇ ਨਹਾਉਂਦੇ ਰਹਿਣ। ਤੁਹਾਨੂੰ ਤਾਂ ਇਹ ਤੇ ਜੰਮਣ ਬੰਦਾ ਡਰ ਹੈ ਹੀ ਹੋਈ, ਜਾਣਾ ਤਾਂ ਸਰੀ ਨਹੀਂ ਹੈ ਹੀ, ਬ੍ਰਹਮ ਗਿਆਨ ਨੂੰ ਨਹੀਂ ਹੁੰਦਾ, ਪਰ ਆਪ ਇੱਥੇ ਮੈਨੂੰ ਨਵਾਜੋ। ਉਹ ਕਹਿੰਦੇ ਵੀ ਜਾਣਦਾ ਤਾਂ ਹੁਣ ਮਤਾ ਹੋ ਗਿਆ, ਅਕਾਲ ਦਾ ਹੁਕਮ ਆ ਗਿਆ, ਪਰ ਤੇਰੀ ਅਰਦਾਸ ਮਨਜ਼ੂਰ ਹੋ ਗਈ, ਤੇਰੇ ਸਿੱਖੇ ਵਿੱਚ ਜਿਵੇਂ ਨਹਾਉਣਗੇ, ਤੈਨੂੰ ਮਾਲਵੇ 'ਚ ਲੈ ਕੇ ਚੱਲਾਂਗੇ ਅਸੀਂ, ਪਹਿਲਾਂ ਉੱਥੇ ਸਿੱਖ ਬਣਾਉਣੇ ਆ, ਹਾਲੇ ਤਾਂ ਉੱਧਰ ਕੋਈ ਹੈ ਨਹੀਂ ਸਿੱਖ, ਸੁਲਤਾਨੀ ਤੇ ਸਾਰਾ ਮਲਵਾ, ਬਲਕਿ ਸਾਰੀ ਪੰਜਾਬ ਹੈ। ਉਹਦਾ ਬੜਾ ਰਾਜ ਚੱਲਿਆ ਹੋਇਆ, ਗੁਰੂ ਕਾ ਸਿੱਖ ਹੀ ਉਹ ਵੀ ਸੀ, ਮੁਸਲਮਾਨ ਵੀਰ। ਹਜ਼ੂਰ ਤੋਂ ਵਰੋਸ ਆਇਆ ਸੀ, ਜਦੋਂ ਪਹਿਲੇ ਪਾਤਸ਼ਾਹ ਉਸ ਇਲਾਕੇ 'ਚ ਗਏ ਤਾਂ ਉਹ ਪੂਰਬਲੇ ਕਰਮ ਦਾ ਵਾਲਾ ਬਲੀ ਸੀ, ਵਰਾਗ ਵਿੱਚ ਆ ਨਿਆਣਾ ਸੀ, ਬੱਕਰੀਆਂ ਚੜ੍ਹਦਾ, ਇਹਨੇ ਵੀ ਬੱਕਰੀਆਂ ਚਾਰੀਆਂ। ਜਿਹੜਾ ਬਾਦਸ਼ਾਹ ਹੈ ਤੈਨੂੰ ਬਾਬਰ, ਇਹਨੂੰ ਤੇ ਪਰਲੰਗ ਕਹਿੰਦੇ ਹੁੰਦੇ ਸੁਣ ਛੋਟੇ ਹੁੰਦੇ ਨਿਆਣੇ ਬਾਬਰ ਨੂੰ। ਫਿਰ ਐਡਾ ਤਕੜਾ ਹੋਇਆ ਇਹਨੇ, ਉੱਥੇ ਸਾਰੇ ਮੁਲਕ ਦਾ ਅਰਬ ਦਾ ਰਾਜ ਲੈ ਲਿਆ। ਫਿਰ ਇਹਨਾਂ ਤੇ ਵੀ ਹਕੂਮਤ ਕਰਨ ਲੱਗ ਗਿਆ, ਜਿਹੜੇ ਇੱਧਰ ਰਹਿੰਦੇ ਤੇ ਹਿੰਦੁਸਤਾਨ ਵਿੱਚ ਆਏ ਹੋਏ, ਇਹ ਉਹਨੂੰ ਫਿਰ ਸ਼ਿਆਨੀ ਦਿੰਦੇ ਰਹੇ, ਮਾਲੀਆ ਦਿੰਦੇ ਰਹੇ। ਹਜ਼ੂਰ ਦੇ ਸਮੇਂ ਵਿੱਚ ਉਸ ਵਕਤ ਜਦੋਂ ਗਰੀਬ ਨਵਾਜ਼ ਨੇ ਇਹਨੂੰ ਅਸ਼ੀਰਵਾਦ ਦੇ ਦਿੱਤੀ ਵੀ ਤੈਨੂੰ ਥੋੜ੍ਹੀ ਜਿਹੀ ਸਮੇਂ ਦੀ ਇੰਤਜ਼ਾਰੀ ਕਰਨੀ ਪਊ, ਅਸੀਂ ਮਾਲਵੇ 'ਚ ਸਿੱਖ ਸਜਾਉਣੇ ਨੇ, ਜਾਣਾ ਹੈ ਉੱਥੇ ਕਾਂਸੀ ਰਚਣੀ ਹੈ। 10ਵੇਂ ਜਾਮੇ 'ਚ ਪਿਛਲਾ ਹੀ ਹੁਕਮ ਹੋਇਆ ਐਵੇਂ ਹੀ ਹੈ। ਅੱਜ ਅਸੀਂ ਰੱਬੀ ਰਜਾ ਵਿੱਚ ਚੱਲੇ ਹਾਂ, ਸਾਨੂੰ ਕਿਸੇ ਦਾ ਡਰ ਨਹੀਂ, ਤੈਨੂੰ ਲੈ ਚੱਲਾਂਗੇ। ਉਹ ਸਿਦਕ ਨਾਲ ਮੁੜ ਗਿਆ। ਤੇ ਮਹਾਰਾਜ ਜੀ ਦਾ ਸਵਾਲ ਹੈਗਾ ਇੰਨਾ ਹੀ ਵੀ ਹਜ਼ੂਰ ਰੋਪੜ ਥਾਈ ਤਾਂ 25 ਮੀਲ ਹੈ, ਰੋਪੜ ਅਨੰਦਪੁਰ ਸਾਹਿਬ ਤੋਂ 25 ਮੀਲ ਤਾਂ ਸਤਲੁਜ ਦੇ ਕੰਢੇ ਕੰਢੇ ਹੀ ਆਏ ਨੇ। ਸਰਸਾ ਉਸ ਦਿਨ ਨਹੀਂ ਤੇ ਰੱਬੀ ਰਜਾ ਹੈ, ਇੰਨੀ ਸ਼ਕਤੀ ਸੀ ਹਜ਼ੂਰ ਦੇ ਉੱਤੇ। ਸਾਰਾ ਪਰਿਵਾਰ ਬੰਸ ਵਾਰਿਆ ਗਿਆ, 52 ਕਵੀ ਹੁੰਦੇ ਤੇ ਸਾਰਿਆਂ ਮੁਲਕਾਂ ਦੇ, ਸਾਰੀਆਂ ਜਾਤਾਂ ਦੇ, ਸਾਰੀਆਂ ਪੜ੍ਹਤਾਂ ਦੇ, ਗੱਡਿਆਂ ਦੇ ਗੱਡੇ, ਲਿਟਰੇਚਰ ਦੇ, ਇਤਿਹਾਸ ਦੇ ਬਣੇ ਹੋਏ ਸੀ, ਦਫ਼ਤਰ ਬਣੇ ਹੋਏ ਤੇ, ਉਹ ਸਾਰੇ ਸਤਲੁਜ ਹੀ ਰੁੜ ਗਏ। ਮੂਹਰੇ ਮੇਰੀ ਉਮਰ ਲੰਘੀ ਹੁਣ ਉੱਥੇ ਧਾਮ ਜਾਣ ਕੇ ਉੱਥੇ ਜਾਂਦਿਆਂ ਦੀ। ਉਦੋਂ ਸਿੱਖ ਸਜਣੋਂ ਪਹਿਲਾਂ ਮੈਂ ਨੈਣਾ ਦੇਵੀ ਜਾਇਆ ਮਾਂ ਬਾਪ ਨਾਲ, ਦਾਦੀ ਨਾਲ, ਸੰਨ 17 'ਚ। ਅੰਮ੍ਰਿਤਾ ਮੈਂ 27 ਛਕਿਆ, ਉਹ 10 ਸਾਲ ਮਗਰੋਂ ਛਕਿਆ। ਕਦੇ ਸਿਆਲ ਦੇ ਮਹੀਨੇ ਇੱਕ ਸਰਸਾ ਚੜ੍ਹਿਆ ਨਹੀਂ ਦੇਖਿਆ। ਹੋਰ ਮਿੱਤਰ ਪਿਆਰੇ ਵੀ ਬਣ ਗਏ ਤੇ ਉੱਧਰ ਉਹਨਾਂ ਦੇ ਪੁੱਛਿਆ ਵੀ ਸਿਆਲ ਦੇ ਮਹੀਨੇ ਬਹੁਤ ਘੱਟ ਚੜ੍ਹਦਾ, ਜੇ ਚੜ੍ਹਦਾ ਤਾਂ ਘੰਟਾ 2 ਘੰਟੇ ਰਹਿੰਦਾ, ਤਾਂ ਥੋੜ੍ਹਾ ਚਿਰ ਬਾਰਿਸ਼ ਜ਼ਿਆਦਾ ਪੈ ਜਾਏ, ਜੇ ਸਮੁੰਦਰ ਚ ਡਿੱਗਦਾ। ਉਸ ਵਕਤ ਸਰਸਾ ਇੰਨਾ ਚੜ੍ਹਿਆ ਸੀ, ਸਾਰੀ ਸੈਨਾ ਨੂੰ ਸਾਰੀ ਰਾਤ ਨਹੀਂ ਲੰਘਣ ਦਿੱਤਾ। ਸਿਆਲ ਦੇ ਮਹੀਨੇ ਉਦੋਂ 6 ਮਾਘ ਸੀ, 7 ਮਾਘ ਨੂੰ ਹਜ਼ੂਰ 7 ਮਾਘ 7/6 ਨੂੰ 2 ਦਿਨ ਇੱਥੇ ਆ ਕੇ ਸ਼ਹੀਦੀ ਪਾਈ ਹੈ। ਰੋਪੜ ਤਾਂ ਸੰਗਤ ਨੇ ਜਗ੍ਹਾ ਹੀ ਨਾ ਦਿੱਤੀ ਇੱਥੇ ਦੀ ਨੇ ਵੀ ਤੂੰ ਰਾਜ ਵਿਰੋਧੀ ਹੈ, ਸਾਨੂੰ ਤਾਂ ਸਰਕਾਰ ਮਾਰ ਦੂ। ਪੰਚਾਇਤ ਨੇ ਪੁੱਛਿਆ ਵੀ ਸਾਡੇ ਮਗਰ ਦੁਸ਼ਮਣ ਆਉਂਦਾ, ਸਾਨੂੰ ਕੋਈ ਇਹੋ ਜਿਹਾ ਓਟ ਵਾਲੀ ਜਗ੍ਹਾ ਦੱਸੋ ਜਿੱਥੇ ਲੈ ਕੇ ਉਹਨਾਂ ਨਾਲ 2 ਹੱਥ ਕਰੀਏ। ਤੇ ਉਹਨਾਂ ਨੇ ਬਲਾਸ ਕੀਤਾ ਉੱਥੇ ਦੀ ਪੰਚਾਇਤ ਨੇ, ਪੱਠੇ ਨੂੰ ਹੱਥ ਕਰਦਾ, ਮਹਾਰਾਜ ਤੁਹਾਡੇ ਵਾਸਤੇ ਇਹੀ ਜਗ੍ਹਾ, ਸਾਡੇ ਹੋਰ ਕੋਈ ਨਹੀਂ ਤੁਹਾਨੂੰ ਬੈਠਣ ਨੂੰ ਜਗ੍ਹਾ। ਰੋਪੜ ਨੇ ਉਦੋਂ ਨਹਿਰ ਤਾਂ ਨਿਕਲੀ ਨਹੀਂ ਸੀ, ਮਹਾਰਾਜ ਜੀ ਉਸ ਪੱਠੇ ਤੇ ਜਾ ਬੈਠੇ, ਪੱਠਾ ਠੰਡਾ ਹੋ ਗਿਆ। ਹੁਣ ਉਸੇ ਤਰ੍ਹਾਂ ਹੀ ਪੱਠਾ ਸੁੰਨ ਹੋਇਆ, ਉਹਦੇ ਉੱਤੇ ਹੀ ਗੁਰਦੁਆਰਾ ਪਿਆ ਹੋਇਆ ਹੈ, ਪੱਠਾ ਸਾਹਿਬ ਹੈ ਜਿਹੜਾ। ਉੱਥੋਂ ਜਿੱਥੇ ਮਹਾਰਾਜ ਜੀ ਨੇ ਸਤਲੁਜ ਛੱਡਿਆ, ਸਮੇਂ ਨਾਲ ਰੱਬੀ ਪ੍ਰੇਰਨਾ ਨਾਲ ਬਰਤਾਨੀਆ ਨੇ ਉੱਥੇ ਹੈ, ਉੱਥੋਂ ਸਤਲੁਜ ਬੰਨਿਆ ਹੈ ਸਤਲੁਜ। ਜਿੱਥੇ ਸਦਾਵਰਤ ਗੁਰਦੁਆਰਾ, ਜਿੱਥੇ ਮਹਾਰਾਜ ਜੀ ਨੇ ਥੋੜੇ ਜਿਹੜੇ ਅਨਪਾਣੀ ਛੋਲੇ ਥੇ ਉਹ 2-2 ਫੱਕਾ ਸੰਗਤ ਨੂੰ ਦਿੱਤੇ, ਇੱਥੇ ਆ ਕੇ ਉਹਦਾ ਨਾਮ ਹੁਣ ਵੀ ਸਦਾਵਰਤ ਹੀ ਹੈ। ਸਰਸਾ ਲੰਘ ਕੇ ਇੱਥੇ ਆ ਕੇ ਸਾਰੇ 40 ਸਿੰਘ ਤੇ ਨਾਲ 2 ਸਾਹਿਬਜ਼ਾਦੇ, 2 ਤਾਂ ਉਧਰ ਮਾਤਾ ਜੀ ਨਾਲ ਚਲੇ ਗਏ ਛੋਟੇ। ਉਸ ਵਕਤ ਉਹ ਸਰਸੇ ਦੀ ਵਿਛੜੇ ਨੇ, ਹੁਣ ਗੁਰਦੁਆਰਾ ਉੱਥੇ ਪਿਆ ਵਿਛੋੜਾ ਸਾਹਿਬ। ਸਰਸੇ ਤੇ ਇੱਕ ਤਾਂ ਪੋਹ ਮਾਘ ਦੀ ਰਾਤ ਹੈ, ਬਾਰਿਸ਼ ਪੋਹ ਮਾਘ ਦੇ ਵਿੱਚ ਇਤਨੀ ਪੈਂਦੀ ਹੈ,
ਆਸਰਾ ਤਾਂ ਕੋਈ ਹੈ ਹੀ ਨਹੀਂ ਸੀ। ਤੇ ਮਹਾਰਾਜ ਜੀ ਨੇ ਕਿਹਾ ਭਾਈ ਤਰਪਹਿਰਾ ਵੱਜ ਗਿਆ, ਆਸਾ ਦੀ ਵਾਰ ਲਾਓ। ਜੇ ਸਾਡੇ ਵਰਗੇ ਸਿੱਖ ਹੁੰਦੇ ਕਹਿੰਦੇ ਮਹਾਰਾਜ ਹੁਣ ਆਸਾ ਦੀ ਵਾਰ ਸੂਝਦੀ ਹੈ, ਝੱਖੜ ਵਗਦਾ ਹੈ, ਬਾਰਿਸ਼ ਪੈਂਦੀ ਹੈ, ਸਿਆਲ ਦਾ ਮਹੀਨੇ ਹੱਥ ਨਹੀਂ ਨਿਕਲਦੇ, ਇੱਥੇ ਕੋਈ ਹੁਣ ਐਸ ਰੋਟ ਗੈਸ ਥੋੜ੍ਹੇ ਲੱਗੇ ਹੋਏ ਤੇ ਸਿੱਧਕੀ ਤਾਂ ਇਵੇਂ ਹੀ ਨਿਭਾਉਂਦੇ ਨੇ। ਉਹ ਸਿੱਧਕੀ ਤੇ ਉਹਨਾਂ ਨੇ ਮਹਾਰਾਜ ਮਗਰ ਦੁਸ਼ਮਣ ਦੀ ਸੈਨਾ ਆਉਂਦੀ ਹੈ, ਹੱਥ ਮਾਰਿਆ ਦਿਸਦਾ ਨਹੀਂ, ਉਹਨਾਂ ਨੇ ਜੋੜੀਆਂ ਦੀ ਆਵਾਜ਼ ਆ ਕੇ ਆਪਣੇ ਤੇ ਹਮਲਾ ਕਰ ਦੇਣਾ। ਬਹੁਤ ਕਹਿਣ ਵਾਲੇ ਤੇ ਮਗਰ ਸਿੱਧਕੀਆਂ ਨੇ ਬਚਨ ਮੰਨਿਆ, ਉੱਥੇ ਵੀ ਆਸਾ ਦੀ ਵਾਰ ਲਾਈ। ਵਾਰ ਸੁਣ ਕੇ ਉਹਨਾਂ ਨੇ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਨੇ, ਹਮਲਾ ਕੀਤਾ। ਉੱਥੇ ਸਾਰੇ ਜੰਗ ਬਹੁਤ ਕੀਤਾ ਉਹਨਾਂ ਨਾਲ, ਮਗਰ 40 ਸਿੰਘ ਨੰਗੇ ਨੇ। ਸਾਰੇ ਸਿੰਘਾਂ ਨੇ ਅਰਜ਼ ਕੀਤੀ ਮਹਾਰਾਜ ਲੰਘ ਚਲੀਏ। ਸਾਰਾ ਜਿੰਨਾ ਲਿਕਟੇਚਰ ਸੀ ਖਚਨਾ ਸਰਸੇ ਜੁੜ ਕੇ ਸਤਲੁਜ ਜਾ ਵੜੀਆਂ। ਉੱਥੋਂ ਸਤਲੁਜ 2 ਕਿੱਲੇ ਵੀ ਨਹੀਂ ਹੈ, ਨੇੜੇ ਹੀ ਹੈ, ਜਿੱਥੋਂ ਮਾਣੇ ਕੋਟਾਂ ਦੇ ਲੰਘੇ ਨਹੀਂ ਹਜੂਰ। ਆਮ ਰਸਤਾ ਵੀ ਹੁਣ ਉੱਥੋਂ ਨਹੀਂ, ਨਹਿਰ ਥੋੜ੍ਹੀ ਜਿਹੀ ਉੱਤੋਂ ਦੀ ਹੋਈ ਹੈ, ਅੱਗੇ ਉਹਦੇ ਮਾਣੇ ਕੋਟਾਂ ਨੂੰ ਚਲੇ ਗਈ। ਹੁਣ ਮਾਣੇ ਕੋਟਾਂ 2 ਫਰਲਾਂਗ ਉੱਪਰਲੇ ਪਾਸੇ ਦੀ ਹੈ, ਜਿਹੜੀ ਹੁਣ ਸੜਕ ਬਣ ਗਈ। ਮੈਂ ਸੜਕ ਤੋਂ ਪਹਿਲਾਂ ਵੀ ਦੇਖਿਆ ਉਹਨੂੰ। ਇੱਕ ਤਾਂ ਰੱਬੀ ਰਜਾ ਇਸ ਤਰ੍ਹਾਂ ਉੱਥੇ 2 ਸਾਹਿਬਜ਼ਾਦੇ ਮਾਤਾ ਜੀ ਨਾਲ, ਗੰਗੂ ਦਾ ਪਿੰਡ ਸੀ ਉੱਥੇ ਖੇੜੀ ਨੇੜੇ। ਉਹਨੇ ਕਿਹਾ ਮਾਤਾ ਜੀ ਇੱਥੇ ਮੇਰਾ ਪਿੰਡ ਹੈ, ਵੀ ਆਪਾਂ ਉੱਥੇ ਆਰਾਮ ਕਰਨੇ। ਪਿੱਛੇ ਜੰਗ ਵਿੱਚ ਕੋ ਕਿਧਰੇ ਚਲੇ ਗਿਆ। 2 ਸਾਹਿਬਜ਼ਾਦੇ ਛੋਟੇ ਨਾਲ ਉੱਥੇ ਚਲੇ ਗਏ। ਇੱਕ ਧਨ ਦੀ ਖੱਚਰ ਸੀ ਉਹਨਾਂ ਕੋਲੇ, ਤੇ ਉੱਥੇ ਜਾ ਕੇ ਉਹਦਾ ਮਨ ਬੇਈਮਾਨ ਹੋ ਗਿਆ। ਉਸਨੇ ਉਹ ਖੁਰਜੀਆਂ ਲੁਕੋ ਲਈਆਂ। ਬੇਬੇ ਜੀ ਨੇ ਪੁੱਛਿਆ ਵੀ ਪੰਡਤ ਜੀ ਵੀ ਚੋਰ ਤਾਂ ਕੋਈ, ਕਹਿੰਦੇ ਚੋਰ ਲੈ ਗਿਆ ਮਾਈ ਜੀ, ਇਹ ਚੋਰ ਤਾਂ ਇੱਥੇ ਕੋਈ ਆਇਆ ਨਹੀਂ। ਆਪਦਾ ਤਾਂ ਵੇਲਾ ਵੀ ਤੂੰ ਸਾਡੇ ਨਾਲ ਬੇਈਮਾਨ ਨੇ ਕਰ। ਉਹ ਕਹਿੰਦਾ ਮੈਨੂੰ ਬੇਈਮਾਨ ਬਣਾਉਂਦੇ, ਮੈਂ ਨਾ ਚਿਰ ਦਾ 22 ਸਾਲ ਦਾ ਲੰਗਰ ਪਕਾਉਣਾ, ਤਾਂ ਮੈਂ ਤੁਹਾਨੂੰ ਹੁਣ ਫੜਾ ਦੂੰ। ਉਹਨੇ ਮਰੌਂਡੇ ਜਾ ਕੇ ਤਲਾਕ ਕਰ ਦਿੱਤੀ। ਮਰੌਂਡਾ ਉੱਥੋਂ 10 ਮੀਲ ਹੈ। ਸ਼ਹਿਰ ਦਾ ਨਾਮ ਅਸੀਂ ਬਾਗਾਂ ਵਾਲਾ ਕਹਿ ਦਿੰਦੇ ਹਾਂ, ਸ਼ਹਿਰ ਦਾ ਨਾਮ ਮਰੌਂਡਾ। ਉਹਦਾ ਹੁਣ ਵੀ ਠਾਣਾ ਹੈਗਾ, ਜਦ ਵੀ ਉੱਥੇ ਮਰੌਂਡੇ ਦੀ ਠਾਣਾ। ਉਹ ਸਾਹਿਬਜ਼ਾਦੇ ਨੂੰ ਅਤੇ ਮਾਤਾ ਜੀ ਨੂੰ ਫੜ ਕੇ ਲੈ ਗਈ ਪੁਲਿਸ, ਇਹਦੀ ਇਤਲਾਹ ਕਰੀ ਤੀ। ਸਤਲੁਜ ਦਾ ਸਵਾਰ ਸੀ। ਉੱਥੋਂ ਛੋਟੇ ਸਾਹਿਬਜ਼ਾਦਿਆਂ ਦੀਆਂ 9 ਤਰੀਕ ਨੂੰ ਸਰਸਾ ਲੰਘੇ ਨੇ, 9 ਮਾਘ 8 ਮਾਘ ਨੂੰ 8 ਮਾਘ ਨੂੰ ਇੱਥੇ ਦਾ ਜੰਗ ਹੋਇਆ, ਜਿੱਥੇ ਬੜੇ ਸਾਹਿਬਜ਼ਾਦੇ ਚੜ੍ਹਾਈ ਕਰ ਗਏ। 40 ਸਿੰਘ ਤੇ ਨਾਲ 2 ਸਾਹਿਬਜ਼ਾਦੇ ਤੇ 43ਵੇਂ ਹਜ਼ੂਰ ਆਪ ਤੇ, ਇੰਨੀ ਹੀ ਸੈਨਾ ਸੀ ਸਾਰੀ। ਇੱਥੇ ਇੱਕ ਭਰਾ ਤਾਂ ਉਹਦਾ ਮੰਨ ਗਿਆ, ਚੰਗਾ ਕੋਟ ਬਣਿਆ ਹੋਇਆ ਸੀ ਉਹਨਾਂ ਦਾ ਸਰਹੰਦ, ਇਹਦਾ ਨਾਂ ਸ਼ਹੀਦੀ ਛੋਟੇ ਬੜੇ ਸਾਹਿਬਜ਼ਾਦੇ ਜਿੱਥੇ। ਉਸ ਤੋਂ ਪੁੱਛਿਆ ਵੀ ਅਸੀਂ ਮਗਰ ਦੁਸ਼ਮਣ ਦੀ ਫੌਜ ਆਉਂਦੀ ਹੈ, ਵੀ ਗੜੀ ਦੇ ਦੇ ਸਾਨੂੰ। ਇੱਕ ਭਰਾ ਨੇ ਮੰਨ ਲਿਆ, ਦੂਏ ਨੇ ਨਾ ਮੰਨਿਆ। ਉਹਦੇ ਪੈਸੇ ਤੇ ਅੰਦਰ ਚਲੇ ਗਏ। ਫਿਰ ਜੰਗ ਵਾਲਿਆਂ ਦੇ ਫਿਰ ਤਾਂ ਉਹਨੇ ਨਿਕਲਣਾ ਹੀ ਸੀ। ਉਹ ਨਿਕਲ ਕੇ ਗੜੀ 'ਚ ਸਾਰੇ ਆਲੇ ਦੁਆਲੇ ਫੌਜਾਂ ਟਿਕੀਆਂ, ਹਜ਼ਾਰਾਂ ਦੀ ਤਾਦਾਦ ਵਿੱਚ। ਤੇ ਛੋਟੀ ਜਿਹੀ ਗੜੀ ਹੈ ਚਮਕੌਰ ਸਾਹਿਬ, ਛੋਟਾ ਜਿਹਾ ਪਿੰਡ। ਹੁਣ ਤਾਂ ਉਹ ਲੈ ਲਈ ਗੁਰਮੁਖਾਂ ਨੇ, ਇਹਨਾਂ ਨੇ ਜਿਹੜੇ ਸੇਵਾ ਪਾਰਟੀ ਵਾਲੇ ਗੁਰਮੁਖ ਸਿੰਘ ਦਾ ਜੱਥਾ ਹੈ, ਉਹਨਾਂ ਨੇ ਸਾਰਾ ਪਿੰਡ ਖਰੀਦ ਕੇ ਉੱਥੇ ਬਹੁਤ ਸੁੰਦਰ ਸਾਰਿਆਂ ਦੇ ਵਿੱਚ ਸੜਕ ਵੀ ਹੋਰ ਕੱਢ ਲਈ ਉੱਥੇ ਨੂੰ ਸਿੱਧੀ। ਕੜੀ ਦਾ ਗੁਰਦੁਆਰਾ ਵੱਡਾ ਬਣਾਉਣ ਦਾ ਸਮਾਜ ਕੀਤਾ ਐਸ ਜ਼ਮਾਨੇ 'ਚ। ਹੁਣ ਕਾਤਲਗਾ ਪਿੱਛੇ ਆ ਗਿਆ ਜੀ, ਸਾਹਿਬਜ਼ਾਦੇ ਸ਼ਹੀਦੀ ਪਾਈ ਅੱਗੇ ਬਣਿਆ ਸੀ ਉੱਥੇ ਸਭ ਕੁਛ। ਉਹ ਪਿੱਛੇ ਉਹ ਆ ਗਿਆ, ਬਹੁਤ ਦੂਰ ਤੋਂ ਬਗੜਿਆ। ਉਹਨਾਂ ਨੂੰ ਕਹਿੰਦੇ 2 ਲੱਖ ਰੁਪਈਆ ਦਿੱਤਾ। ਪਿੰਡ ਵਾਲਿਆਂ ਨੇ ਆਪੇ ਮਨਜ਼ੂਰੀ ਕਰ ਲਈ ਵੀ ਅਸੀਂ ਤੁਹਾਨੂੰ ਪਿੰਡ ਪਾ ਦਿੰਦੇ ਹਾਂ। ਕਹਿੰਦੇ ਅਸੀਂ ਆਪੇ ਪਾ ਲਾਂਗੇ, ਸਾਨੂੰ ਪੈਸੇ ਦੇ ਦਿਓ। ਜਿਹਨੇ ਕਿ ਪੰਚਾਇਤ ਆਪ ਰਹਿ ਨਾ ਪਾਏ, ਉਹਨੇ ਪੈਸੇ ਉਹਨੂੰ ਦਿੱਤੇ। ਉਹਨਾਂ ਨੇ ਪਿੰਡ ਦੂਰ ਜਾ ਬੰਨਿਆ। ਉਸ ਵਕਤ ਮਹਾਰਾਜ ਜੀ ਦਾ ਸਵਾਰ ਸੀ ਆਪਣਾ ਇਹ ਵੀ ਹਜ਼ੂਰ ਆਪਣੇ ਬੱਚੇ ਨੂੰ ਪਾਲਦੇ ਹੁੰਦੇ ਨੇ। ਜੋਗੀ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਉਹ ਦੇਹ ਤੋਂ ਉੱਪਰ ਹੁੰਦੇ ਨੇ। ਦੇਹ ਦੇ ਕਸ਼ਟ ਨਾਲ ਦੀ ਨਾਲ ਜਿਹੇ ਸਾਨੂੰ ਨੇ ਹੋਈ ਉਹਨਾਂ ਨੂੰ ਤੇ ਉਹ ਜਰਨ ਸ਼ਕਤੀ ਤੇ ਉਹਨਾਂ ਦੇ ਇੰਨੇ ਕੱਟੇ ਨੇ ਵੀ 7 ਦਿਨ ਛੋਲਿਆਂ ਦੀ ਮੁੱਠੀ ਛਕਦੇ ਨੇ, 2 ਮਹੀਨੇ ਹੋ ਗਏ ਤੇ ਕੁਛ ਹੈ ਨਹੀਂ ਸੀ ਹੋਰ। ਇੱਥੇ ਵੀ ਛੋਲਿਆਂ ਦਾ ਹੀ ਸਾਰਾ ਵਰਤ ਲਾਇਆ। ਇੱਥੋਂ ਸਾਰੇ ਸ਼ਹੀਦ ਜਿਹੜੇ 5-7 ਰਹਿੰਦੇ ਸੀ, ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਜਾਣ ਲਿਆ ਸਾਰਿਆਂ ਵੀ ਹਜ਼ੂਰ ਸਿੱਦਕੀ ਨੇ ਇੱਥੇ ਸ਼ਹੀਦੀ ਪਾ ਜਾਣਗੇ। ਰਾਹ ਤਾਂ ਹੈ ਨਹੀਂ ਨਿਕਲਣ ਵਾਲੇ, ਤਾਂ ਆਲੇ ਤਾਂ ਫੌਜਾਂ ਹੀ ਫੌਜਾਂ ਬੈਠੀਆਂ। ਰਾਤ ਦੇ ਸਮੇਂ ਉਹਨਾਂ ਨੇ ਕਿਹਾ, ਹਨੇਰੀ ਰਾਤ ਸੀ, 8 ਪੋਹ ਨੂੰ ਸਾਰਾ ਜ਼ੋਰ ਦਾ ਆਪਣੇ ਦੇਸ਼ 'ਚ ਪਾਲਾ ਹੁੰਦਾ। ਉਦੋਂ 8 ਪੋਹ ਨੂੰ ਮਹਾਰਾਜ ਜੀ ਉੱਥੋਂ ਚੱਲੇ। ਉਹਦੇ ਨਾਲ ਪੋਹ 7 ਆ ਗਈ ਸੀ ਅਗਲੇ ਦਿਨ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਆਪ ਤਾਂ ਸਰਵੱਗ ਹੋ, ਇਹੋ ਜਿਹਾ ਜੋਥਾ ਕੱਲ੍ਹ ਨੂੰ ਬਣਾ ਲੈਣਾ ਵੀ ਅਸੀਂ ਇੱਥੇ ਆਪਣੀ ਤੁਹਾਡੀ ਬਖਸ਼ੀ ਬਰਕਤ ਨਾਲ ਸਰੀਰ ਲਾਵਾਂਗੇ, ਉਹਨਾਂ ਚਿਰ ਲੜਾਂਗੇ ਜਿੰਨਾ ਚਿਰ ਜਾਣਾ ਹੈਗੀਆਂ। ਤੁਸੀਂ 5 ਸਿੰਘ ਇਕੱਠੇ ਹੋ ਕੇ ਬੇਨਤੀ ਕੀਤੀ ਵੀ ਤੁਸੀਂ ਮਾਲਵੇ ਨੂੰ ਚਲੇ ਜਾਓ।
ਉਹਨਾਂ ਦੀ ਮਨਜ਼ੂਰ ਕਰਕੇ ਮਹਾਰਾਜ ਜੀ 2 5 ਪਿਆਰਿਆਂ ਚੋਂ ਥੇ, ਧਰਮ ਸਿੰਘ ਤੇ ਦਇਆ ਸਿੰਘ ਤੇ ਤੀਸਰੇ ਆਪ ਤੇ ਤਿੰਨੇ ਤੁਰੇ। ਉੱਥੇ ਲੋਥ ਤੇ ਤਾਂ ਲੋਥ ਚੜੀ ਪਈ ਸੀ। ਬਚਨ ਕੀਤਾ ਉਹਨਾਂ ਨੇ, ਭਾਈ ਆਏ ਤਾਰੇ ਨੂੰ ਸਿੱਧੇ ਆ ਜਾਓ, ਇੱਥੇ ਆਪਾਂ ਇੰਨੇ ਲੋਥ ਦੇ ਵਿੱਚ ਸੰਘਾਟ ਵਾਲੇ ਦੁਆਲੇ ਫੌਜਾਂ ਬੈਠੀਆਂ, ਆਪਾਂ ਇਉਂ ਤਾਂ ਲੰਘ ਨਹੀਂ ਸਕਦੇ ਇਕੱਠੇ। ਨਾਲੇ ਹਜ਼ੂਰ ਨਾਲ ਕਿਹੜਾ ਰਲ ਸਕਦਾ ਸੀ, ਸਰੀਰਕ ਧਰਮ ਨਾਲ ਵੀ ਤਕੜੇ ਸੀ। ਲੋਥਾਂ ਦੇ ਵਿੱਚ ਉਹਨਾਂ ਦਾ ਜੋੜਾ ਵੀ ਉੱਥੇ ਹੀ ਖੁੱਲ੍ਹ ਗਿਆ, ਨੰਗੇ ਰਹਿ ਗਏ ਪੈਰਾਂ ਤੇ, ਲੋਥ ਤੇ ਲੋਥ ਚੜੀ ਪਈ ਸੀ। ਸਾਹਿਬਜ਼ਾਦਾ ਦੇਖ ਕੇ ਭਾਈ ਦਿਆਸੂ ਨੇ ਕਿਹਾ, ਮਹਾਰਾਜ ਮੈਨੂੰ ਹੁਕਮ ਦੇ ਦਿਓ ਵੀ ਮੈਂ ਇਹਨਾਂ ਦਾ ਸੰਸਕਾਰ ਕਰ ਦਿਆਂ। ਕਹਿੰਦੇ ਸਾਰੇ ਹੀ ਸਾਹਿਬਜ਼ਾਦੇ ਹੀ ਨੇ, ਕਿਹਦਾ ਕਰੇਗਾ, ਅਪਮਾਨ ਅਸੀਂ ਕਿਹਦਾ ਕਰੀਏ। ਉਹ ਮੰਨਿਆ ਨਹੀਂ ਉਹਨੇ। ਹੋਰ ਬੀਬੀ ਨੇ ਇੱਕ ਨੇ ਕਰਿਆ, ਉਹ ਹਜ਼ੂਰ ਦੇ ਗਏ ਤੇ ਮਗਰੋਂ ਸਾਰੇ ਸਿੰਘਾਂ ਦਾ ਕਰਿਆ ਸੰਸਕਾਰ। ਔਰ ਅੱਗ ਦੇਖ ਕੇ ਫੌਜ ਆ ਗਈ, ਕਿਸੇ ਮੰਚਲ ਸਵਾਲ ਨੂੰ ਚੱਕ ਕੇ ਬੀਬੀ ਵੀ ਉਸੇ ਅੰਗੀਠੇ ਸਿੱਟਤੀ। ਉਹਨੇ ਕਰਿਆ ਸਾਰੇ ਸਰੀਰ ਨੂੰ ਸੰਸਕਾਰ। ਸਿਰ ਤਾਂ ਸਾਰੇ 25-30 ਕੀ ਥੇ ਜਿਹੜੇ ਗੁਜ਼ਰੇ ਨੇ। ਹਜ਼ੂਰ ਨਾਲ ਤਾਂ 2 ਹੀ ਸਿੰਘ ਰਹਿ ਗਏ। ਉਹ ਮਗਰੋਂ ਲੜਦੇ ਸੰਗ ਸਿੰਘ ਨੂੰ, ਉੱਥੇ ਦਾ ਸੰਤਾ ਸਿੰਘ ਸੀ ਉਹਦਾ ਨਾਮ, ਸੰਤ ਸਿੰਘ, ਉਹਨੂੰ ਕਲਗੀ ਰਿਹਾ ਹੈ ਤੇ ਉੱਥੇ ਲੜਦੇ ਰਹੇ। ਆ ਕੇ ਉੱਚੀ ਜੀ ਟਿੱਬੀ ਹੈ ਸਨਮ ਤੋਂ ਨਿਕਲ ਕੇ। ਗਰੀਬ ਨਵਾਜ ਦਾ ਸਵਾਲ ਸੀ ਜਿਹੜਾ ਸਤਲੁਜ ਨਾਲ ਕੀਤਾ, ਜਿੱਥੋਂ ਹਜ਼ੂਰ ਨੇ ਸਤਲੁਜ ਛੱਡਿਆ ਉੱਥੇ ਹੀ ਸਮੇਂ ਨਾਲ ਆ ਕੇ ਅੰਗਰੇਜ਼ਾਂ ਨੇ ਹੈਡ ਬਣਾਇਆ। ਜਿੱਥੋਂ ਦੀ ਹਜ਼ੂਰ ਕਲਗੀਧਰ ਦੇ ਚਰਨ ਪਏ ਨੇ, ਸਾਰੀ ਨਹਿਰ ਉੱਥੋਂ ਦੀ ਹੋਈ ਆਈ ਹੈ। ਭੱਠਾ ਸਾਹਿਬ ਗੁਰਦੁਆਰਾ ਸਦਾ ਵਰਤੇ ਆ ਕੇ ਮੀਲ ਦੇ ਫਰਕ ਨਾਲ ਹੈ ਉਰੇ ਮਾਲਵੇ ਵੱਲ ਨੂੰ। ਉੱਥੇ ਆ ਕੇ ਭੱਠੇ ਤੇ ਬੈਠ ਕੇ ਮਹਾਰਾਜ ਜੀ ਨੇ ਕੇਸ ਵਾਰੇ ਨੇ ਕੰਘਾ ਕੀਤਾ ਹੈ। ਉਹ ਹੁਣ ਭੱਠੇ ਦੇ ਉੱਤੇ ਹੀ ਗੁਰਦੁਆਰਾ ਪਿਆ ਹੈ ਉਸੇ ਰੋਟੀ। ਕੋਟਲਾ ਪਿੰਡ ਹੈ ਛੋਟਾ ਜਿਹਾ। ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਸਾਡੇ ਕਰ ਰਹੇ ਪਠਾਨ ਹੀ ਥੇ ਉਹ ਵੀ। ਕਹਿੰਦੇ ਭਾਈ ਹੁਣ ਅਸੀਂ ਅੱਗੇ ਦੇਖਾਂਗੇ ਖੁੱਲ੍ਹਾ ਜਿੱਥੇ ਮੈਦਾਨ 'ਚ ਲੜਾਈ ਕਰ ਸਕੀਏ ਕਿਸੇ ਨੇ। ਉੱਥੋਂ ਉੱਠ ਕੇ ਚਮਕੌਰ ਸਾਹਿਬ ਆ ਗਏ। ਇਹ ਗੜੀ ਪੁੱਛੀ ਉਦੋਂ ਉਸੇ ਤਰ੍ਹਾਂ ਹੀ ਜਿੱਥੋਂ ਦੀ ਹਜ਼ੂਰ ਆਉਂਦੇ ਨੇ ਉੱਥੋਂ ਦੀ ਉਹ ਨਹਿਰ ਨਿਕਲੀ ਹੈ। ਉੱਥੋਂ ਨਿਕਲ ਕੇ ਤਿੱਖੇ ਵੇਗ ਨਾਲ ਤੁਰੇ ਤਾਂ ਉਹ ਸਰਸੇ ਵੱਲ ਸਤਲੁਜ ਵੱਲ ਨੂੰ ਚਲੇ ਗਏ। ਨਹਿਰ ਤੋਂ ਕੋਈ ਫਰਲਾਂਗ ਸ਼ਿਵ ਦੇ ਵੱਲ ਨੂੰ ਹੈ। ਉਹਦਾ ਨਾਮ ਹੈ ਜੰਡ ਸਰ। ਜੰਡ ਦਾ ਦਰੱਖਤ ਸੀ, ਕੋਈ ਉਹਦੇ ਹੇਠ ਬੈਠ ਕੇ ਸਾਹ ਮਾਰਿਆ, ਦਮ ਚਲਿਆ। ਤੇ ਉੱਥੇ 2 ਪਠਾਨ ਆ ਗਏ ਧੌਲਰਾਂ ਦੇ। ਉਹਨਾਂ ਦਾ ਇਲਾਕਾ ਸੀ, ਧੌਲਰ ਪਿੰਡ ਸੀ ਉਹਨਾਂ ਦਾ। ਉਹਨਾਂ ਨੇ ਦੇਖ ਕੇ ਕੰਮ ਜਾਂਦੇ ਹੋਣੇ ਨੇ ਕਿਸੇ ਆਪਣੇ, ਉਹਨਾਂ ਰੌਲਾ ਪਾਇਆ ਵੀ ਸਿੱਖਾਂ ਦਾ ਪੀਰ ਹੈ, ਸਿੱਖਾਂ ਦਾ ਪੀਰ ਗੁਰੂ ਹੈ। ਤੇ ਉਹ ਕਹਿੰਦੇ ਭਾਈ ਆਹ ਸਾਡੇ ਲੱਖ ਰੁਪਏ ਦੀ ਅੰਗੂਠੀ ਹੈ, ਸਾਡਾ ਤਾਂ ਸਰੀਰ ਤਾਕਤ ਹੋਇਆ ਪਿਆ, ਤੁਸੀਂ ਰੌਲਾ ਨਾ ਪਾਓ, ਇਹ ਲਾ ਲਓ। ਲਾਲਚ ਇਹੀ ਜੀ ਬਲਾ ਆਇਆ ਸੱਜਣੋਂ। ਤੇ ਉਹ ਇਸ ਲਾਲਚ ਨੂੰ ਮਹਾਰਾਜ ਜੀ ਦੇ ਅੰਗੂਠੀ ਨੂੰ ਜਾਂ ਹੱਥ ਪਾਇਆ, ਉਹਨਾਂ ਨੂੰ ਦੋਹਾਂ ਨੂੰ ਸ਼ਹੀਦੀ ਦੇਤੀ ਉੱਥੇ। ਉਹਨਾਂ ਉਹ ਦੋਨੋਂ ਉੱਥੇ ਸ਼ਹੀਦ ਹੋ ਗਏ। ਮਹਾਰਾਜ ਜੀ ਉੱਥੋਂ ਉੱਠ ਕੇ ਜਿੱਥੇ ਦੀ ਨਹਿਰ ਆਉਂਦੀ ਹੈ ਉੱਥੇ ਨੂੰ ਸਿੱਧੇ ਆ ਕੇ ਫਿਰ ਇਹ ਹੈਗਾ 11ਵੇਂ ਮੀਲ ਤੇ, ਜਿੱਥੋਂ ਮੀਲ ਰੋਪੜ ਤੋਂ ਚੱਲਦੇ ਨੇ ਨਹਿਰ ਦੇ 11ਵੇਂ ਮੀਲ ਤੇ ਕੋਠੀ ਉਹਨਾਂ ਦੀ 10ਵੇਂ ਤੇ। ਚਮਕੌਰ ਸਾਹਿਬ 11ਵੇਂ 10ਵੇਂ ਮੀਲ 'ਚ ਹੈ। ਉੱਥੋਂ 6 ਮੀਲ ਗਾਹਾਂ ਭੱਠਾ ਸਾਹਿਬ, 15ਵੇਂ 16ਵੇਂ ਮੀਲ 'ਚ ਜਾਂ 18ਵੇਂ 'ਚ ਹੈਗਾ ਨਹੀਂ ਨਾ। ਇਹ ਝਾੜ ਸਾਹਿਬ, ਝਾੜੀ ਦੇ ਵੇਰ 2 ਤੋੜ ਕੇ ਖਾਧੇ ਨੇ ਉੱਥੇ, ਅੱਕਾਂ ਦੇ ਫੁੱਲ ਖਾਧੇ ਨੇ ਜਾਂ ਉਹਨਾਂ 'ਚ ਅਮਲ ਹੁੰਦਾ ਕੁਛ। ਉੱਥੇ ਉਸ ਦਾ ਨਾਮ ਹੀ ਝਾੜ ਸਾਹਿਬ ਪੈ ਗਿਆ। ਉਦੋਂ ਚਰਨ ਕਮਲ ਛਿਪਦੇ ਵੱਲ ਨੂੰ ਥੋੜ੍ਹਾ ਜਿਹਾ ਉਹਨਾਂ ਹੀ ਚਰਨਾਂ 'ਤੇ ਨਹਿਰ ਆਈ ਹੈ। ਉੱਥੇ ਜਾ ਕੇ ਇੱਕ ਗੁਲਾਬੀ ਜ਼ਿਮੀਂਦਾਰ ਦਾ ਬਾਗ ਸੀ, ਉਹਦੇ 'ਚ ਮਹਾਰਾਜ ਜੀ ਵਿਰਾਜ ਗਏ। ਉਹ ਟਿੰਡਾਂ ਕੱਚੇ ਹਲਟ ਹੁੰਦੇ ਤੇ ਅੱਗੇ, ਕਾਠ ਦੇ ਹਲਟ, 2 ਗੁਣਾਂ ਦੀਆਂ ਟਿੰਡਾਂ, ਤੱਥਿਆਂ ਦੀਆਂ ਮਾਲਾਂ ਬਣਾਈਆਂ ਹੁੰਦੀਆਂ ਉਹਦੀਆਂ। ਮੈਂ ਦੇਖੀਆਂ, ਚੌਂਦੇ ਚੱਲਦੇ ਹੁੰਦੇ ਜੇ ਮੇਰੀ ਸਿਮਰਤੀ ਜੀ ਪਿਤਾ ਜੀ ਦੇ ਨਾਨਕੇ ਤੇ ਉੱਧਰ, ਜਦ ਸਾਰੇ ਇਹੀ ਹੁੰਦੇ ਤੇ। ਉਹ 2 ਗੁੜ ਦੇ ਅਦਾਲੇ ਆਪਣਾ ਆਹ ਪਰਨਾ ਗਲਦਾ ਬੜੇਟ ਕੇ ਸਰਾਣੇ ਲਾਇਆ ਤੇ ਇੱਥੇ ਆ ਕੇ ਪੋਹ ਮਾਘ ਦੀ ਰਾਤ ਸੀ। ਕਿਹੜਾ ਕੱਪੜਾ ਸੀ ਉਸ ਵੇਲੇ ਦਾਲੇ, ਨਾ ਪੈਰੀਂ ਜੁੱਤੀ, ਪੈਰਾਂ ਦੇ ਵਿੱਚ ਛਾਲੇ ਪੈ ਗਏ, ਕਦੇ ਮਖਮਲ 'ਚੋਂ ਪੈਰ ਨਹੀਂ ਸੀ ਲਾਇਆ। ਭਾਈ ਨੰਦ ਲਾਲ ਜੀ ਹਜ਼ੂਰ ਦੇ ਹਜ਼ੂਰੀਏ ਰਹੇ ਇਸ ਜੰਗ ਵਿੱਚ। ਜਦੋਂ ਕਿਤੇ ਘੋੜੇ ਤੋਂ ਉਤਰ ਕੇ ਸੈਰ ਨੂੰ ਜਾਂਦੇ ਸੀ ਤਾਂ ਉਹ 10-10 ਮੀਲ ਮੂਹਰੇ ਪੁੱਠਾ ਭੱਜਿਆ ਜਾਂਦਾ ਹੁੰਦਾ। ਜਿੱਥੇ ਉਤਰਦੇ ਜਦੇ ਮਖਮਲ ਹੇਠ ਵਿਛਾ ਦਿੰਦਾ ਸੀ। ਮਖਮਲ ਤੋਂ ਕਦੇ ਜ਼ਿੰਦਗੀ 'ਚ ਪੈਰ ਨਹੀਂ ਸੀ ਲਾਇਆ। ਅੱਜ ਪੈਰਾਂ 'ਚ ਜਿੱਤੀ ਨਹੀਂ ਹੈ, ਛਾਲੇ ਪੈ ਗਏ ਪੈਰਾਂ 'ਚ ਵੀ। 8-7 ਦਿਨ ਦੇ ਵੀਰ ਰਸ ਆ ਕੇ ਜੰਗ ਕਰਦੇ ਨੇ, ਭੁੱਖਿਆਂ ਨੂੰ ਲੰਘੇ ਤੇ ਕਸ਼ਹਿਰਾ ਲੱਤਾਂ ਨਾਲ ਚਿੰਬੜ ਗਿਆ। ਇੱਥੇ ਆ ਕੇ ਬਰਾਜੇ, ਇੱਕ ਹੱਥ 'ਚ ਸੱਜੇ 'ਚ ਸ਼ਮਸ਼ੀਰ ਫੜੀ ਹੋਈ ਹੈ, ਉਹ ਟਿੰਡ ਸਰਾਣੇ ਦੇ ਕੇ ਸੌਂ ਗਈ। ਤੇ ਉਹ ਆਪਣੀ ਤਾਰੇ ਦੀ ਟੇਕ ਲੈਂਦੇ ਹੋਏ ਦੋਨੋਂ 5 ਪਿਆਰਿਆਂ 'ਚੋਂ ਆ ਗਏ। ਤੇ ਉੱਥੇ ਆ ਕੇ ਉਹਨੇ ਦੇਖਿਆ ਵੀ ਹਜ਼ੂਰ ਪਏ ਨੇ। ਉਹ ਤਾਰੇ ਦੀ ਸ਼ੇਦ ਨੂੰ ਹੀ ਉੱਥੇ ਲੱਭ ਗਏ, ਗੁਲਾਬੇ ਦੇ ਬਾਗ 'ਚ ਪਏ। ਉਹ ਪੈਰ ਨਾਲ ਜੀਭ ਨਾਲ ਚੱਟਣ ਲੱਗਿਆ ਚਰਨ।
ਤਦੇ ਹਜ਼ੂਰ ਸ਼ਸਤਰ ਫੜ ਕੇ ਦੇਖ ਖੜੇ ਹੋ ਗਏ। ਜਦ ਦੇਖਿਆ ਵੀ ਆਪਣੇ ਨੇ, ਫਿਰ ਸ਼ਾਂਤ ਨਾਲ ਗੱਲ ਨਾਲ ਲਾ ਲਈ। ਤੇ ਉੱਥੇ ਫਿਰ ਉਹਨਾਂ ਨੇ ਇਸ਼ਨਾਨ ਕਰਾਇਆ, ਕਛਹਿਰਾ ਬਦਲਿਆ, ਕਛਹਿਰੇ ਦੇ ਨਾਲ ਹੀ ਮਾਸ ਲੈ ਗਿਆ ਲੱਤਾਂ ਦਾ। ਉੱਥੋਂ ਫਿਰ ਕਿਹਾ ਵੀ ਕਮਾਈ ਤੇ ਅਸੀਂ ਇੱਥੋਂ ਕੱਪੜਾ ਲੈਣਾ। ਉਹ ਹਰ ਸਾਲ ਕੱਤ ਕੇ ਇੱਕ ਅੱਡਾ ਸੰਗਤ 'ਚ ਦੇ ਕੇ ਆਉਂਦੀ ਸੀ। ਉਹਦਾ ਹੁਣ ਅੰਤ ਸਮਾਂ ਆਇਆ ਹੈ, ਉਹਦੀ ਅਰਦਾਸ ਸੀ, ਉਹਦੀ ਖਾਤਰ ਜੀ ਇੱਥੇ ਆਏ ਆ। ਉਹ ਥੋੜਾ ਜਿਹਾ ਸ਼ਿਵ ਵੱਲ ਨੂੰ ਹੈ ਨਹਿਰ ਤੋਂ। ਨਹਿਰ ਬਿਲਕੁਲ ਹਜ਼ੂਰ ਦੇ ਚਰਨਾਂ 'ਚ ਹੀ ਸਤਲੁਜ ਦੀ ਆਈ ਹੈ। ਸਾਰੇ ਮਤਲਬ ਵਿੱਚ ਹੁਣ ਜਗ੍ਹਾ ਜਗ੍ਹਾ ਗੁਰਦੁਆਰੇ ਬਣੇ ਨੇ, ਹਰ ਗੁਰਦੁਆਰੇ ਦੇ ਵਿੱਚ ਤਲਾਅ ਹੈ, ਸਰੋਵਰ ਦੇ ਪਾਣੀ 'ਚ ਨਹਾਉਂਦੇ ਆ। ਹਜ਼ੂਰ ਦਾ ਬਿਆਨ ਪੂਰਾ ਹੋਇਆ। ਇਹ ਇੱਥੇ ਥਾਈ ਗੁੜਥਲੀ ਥਾਈ ਕੱਲੀ ਆਈ, ਇਹਨੂੰ ਸਰੰਦਵਰਾਂ 'ਚ ਕਹਿੰਦੇ ਨੇ। ਰਾਮਪੁਰ ਆ ਕੇ ਕਟਾਣਾ ਸਾਹਿਬ, ਜਦੋਂ ਨਹਿਰ ਵਾਲੇ ਨਹਿਰ ਕੱਢੀ ਹੈ, ਕਟਾਣਾ ਸਾਹਿਬ ਜਿੱਥੇ ਬੈਠੇ ਤੇ ਉਹ ਨਹਿਰ ਦੇ ਗੱਭੇ ਆਉਂਦਾ ਸੀ। ਛੋਟਾ ਜਿਹਾ ਗੁਰਦੁਆਰਾ ਜਿੱਕੂ ਅੱਗੇ ਹਿੰਦੂਆਂ ਦੇ ਹੁੰਦੇ ਸਾਰੇ ਹੀ ਛੋਟੇ ਛੋਟੇ ਤੇ। ਉਹਨੇ ਫਿਰ ਉਸ ਉੱਤੇ ਥੇ ਤੇ ਪਾ ਕੇ ਦਿੱਤਾ ਵੀ ਸਾਡੀ ਨਹਿਰ ਦੇ ਗੱਭੇ ਆਉਂਦਾ ਇਹ। ਸਰਕਾਰ ਮੂਹਰੇ ਪਿੰਡ ਵਾਲਿਆਂ ਨੇ ਕੀ ਕਹਿਣਾ ਸੀ? ਉਹ ਹੁਣ ਮੈਨੂੰ ਪਿਆ ਹੋਇਆ।